सच्चो सच दस्यो भी किहदा किहदा दिल रोया जिद्दे बाई दीप सिद्धू गया। हथ खड़े करो। ठीक है। जिथों कोहे नूर हीरे निकलदे आ ਉਹ ਖਾਣ ਜ਼ਰੂਰੀ ਆ, ਕੋਹੇ ਨੂਰ ਹੀਰਾ ਨਹੀਂ ਜ਼ਰੂਰੀ ਹੁੰਦਾ। ਹੁਣ ਉਹ ਹੱਥ ਖੜੇ ਕਰੋ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ ਸੀਗਾ, ਜਿਹਦਾ ਦਿਲ ਉਦੋਂ ਰੋਇਆ ਸੀ, ਉਹਨੇ ਹੱਥ ਖੜੇ ਕਰ ਦੇਣੇ ਸੀ, ਉਹਨੇ ਤਾਂ ਖੜਾ ਹੋ ਕੇ ਕਹਿ ਹੀ ਦੇਣਾ ਸੀ। ਇੰਟਰਨੈਸ਼ਨਲ ਪੱਧਰ ਤੇ ਸਮਾਗਮ ਹੋ ਗਏ ਬਾਈ ਦੀਪ ਸਿੱਧੂ ਦੀ ਯਾਦ 'ਚ। ਨਾ ਸਾਡਾ ਗੁਰੂ ਗ੍ਰੰਥ ਸਾਹਿਬ ਖੁਸ਼ ਤੇ ਨਾ ਬਾਈ ਦੀਪ ਸਿੱਧੂ ਦੀ ਆਤਮਾ ਖੁਸ਼। ਪਤਾ ਹੀ ਨਹੀਂ ਜਾਣਾ ਕਿੱਧਰ ਨੂੰ ਆ, ਕਿੱਥੇ ਆ ਗਏ, ਕਿੱਥੋਂ ਤੁਰੇ ਸੀ ਤੇ ਕਿੱਥੇ ਪਹੁੰਚ ਗਏ, ਕੋਈ ਪਤਾ ਨਹੀਂ ਸਾਨੂੰ। ਗੁਰੂ ਗ੍ਰੰਥ ਸਾਹਿਬ ਜੀ ਲੱਖ ਹਰੀ ਅਗਨ ਭੇਟ ਹੋਣ, ਸੜਕਾਂ ਤੇ ਖਿਲਾਰਿਆ ਜਾਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਲੀਆਂ 'ਚ ਰੋਲਿਆ ਜਾਵੇ, ਰੂੜੀ 'ਚ ਦੱਬ ਦਿੱਤਾ ਜਾਵੇ, ਉਦੋਂ ਸਾਡੀ ਅੱਖ ਨਹੀਂ ਰੋਊਗੀ ਸਿੱਖ ਦੀ। 100 ਦੇ ਵਿੱਚੋਂ 10 ਦੀ ਅੱਖ ਰੋਈ ਤਾਂ ਕਾਹਦੀ ਰੋਈ? 100 ਦੇ ਵਿੱਚੋਂ 150 ਦੀ ਰੋਵੇ, 100 ਤਾਂ ਸਿੱਖ ਰੋਵੇ, ਬਾਕੀ ਧਰਮ ਵੀ ਰੋਣ। ਵੀ ਧਾਰਮਿਕ ਪੁਸਤਕ ਨਹੀਂ ਜਾਗਦੀ ਜੋਤ। ਮੈਂ ਦੀਪ ਸਿੱਧੂ ਨੂੰ ਮਾੜਾ ਨਹੀਂ ਆਖੂੰਗਾ, ਸਭ ਨੇ ਜਾਣਾ। ਪਰ ਜਿਹੜੇ ਰਾਹ ਤੇ ਚੱਲਣ ਦੀ ਉਹਨਾਂ ਨੇ ਗੱਲ ਕੀਤੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੇ ਗੱਲ ਕੀਤੀ, ਉਹ ਤਾਂ ਸੜਕਾਂ 'ਚ ਰੁਲ ਜੇ, ਗਲੀਆਂ 'ਚ ਰੁਲ ਜੇ, ਸਾਨੂੰ ਦੁੱਖ ਨਹੀਂ ਹੈ। ਤੇ ਇੱਕ ਫੇਰ ਤੁਸੀਂ ਕਹਿੰਦੇ ਯਾਰ ਵੀ ਉਹ ਥੋੜਾ ਗਰਮ ਬੋਲਦਾ, ਕੌੜਾ ਬੋਲਦਾ, ਫਿਰ ਭੇਡ ਚਾਲ ਕਾਹਤੋਂ? ਇੰਟਰਨੈਸ਼ਨਲ ਪੱਧਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਖੰਡ ਪਾਠ ਹੋਏ ਤਾਂ ਦੱਸੋ ਕੀ ਕਰਾਂਗੇ ਅਸੀਂ? ਸਾਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਆ। ਅਸੀਂ ਇਤਿਹਾਸ ਪੜ੍ਹੀਏ ਤੇ ਦਿਮਾਗ ਨੂੰ ਇੱਥੇ ਕ ਰੱਖੀਏ ਵੀ ਅਸੀਂ ਕਰਨਾ ਕੀ ਆ ਤੇ ਕਰ ਕੀ ਰਹੇ ਆ। ਜਿੰਨੇ ਸਮਾਗਮ ਹੁਣ ਹੋ ਰਹੇ ਆ ਤੇ ਇਹ ਬੇਅਦਬੀ ਪਹਿਲੀ ਹੋਈ ਤੋਂ ਹੁੰਦੇ ਨਾ। ਜਿੰਨੀਆਂ ਵੀਡੀਓ ਹੁਣ ਪਈਆਂ ਵੀ ਬਾਈ ਦੀਪ ਸਿੱਧੂ ਦਾ ਬਦਲਾ ਲਵਾਂਗੇ, ਪਹਿਲੋਂ ਪਈਆਂ ਹੁੰਦੀਆਂ ਨਾ ਵੀ ਗੁਰੂ ਗ੍ਰੰਥ ਸਾਹਿਬ ਦਾ ਬਦਲਾ ਲੈ ਲਿਆ ਤੇ ਲਵਾਂਗੇ ਤੇ ਰਹਿੰਦੀ ਦੁਨੀਆ ਤੱਕ ਛੱਡਾਂਗੇ ਨਹੀਂ, ਫੇਰ ਨਜ਼ਾਰਾ ਆਉਂਦਾ। ਫਿਰ ਸਾਡੀ ਹੋਂਦ ਬਰਕਰਾਰ ਰਹਿਣੀ ਸੀ ਵੀ ਹਾਂ ਵੀ ਜਿੱਥੋਂ ਇਹ ਨਿਕਲਦੇ ਆ ਇਹ ਹੀਰਿਆਂ ਦੀ ਖਾਣ ਆ, ਇੱਥੋਂ ਕੋਹੇ ਨੂਰ ਪੈਦਾ ਹੋਣੇ ਆ। ਅਨੇਕਾਂ ਚਲੇ ਗਏ, ਅਨੇਕਾਂ ਜਾ ਰਹੇ ਆ, ਅਨੇਕਾਂ ਨੇ ਜਾਣਾ, ਕੋਈ ਗੁਰੂ ਪੀਰ ਪੈਗੰਬਰ ਨਹੀਂ ਬਚਿਆ। ਤੁਸੀਂ ਬਾਈ ਦੀਪ ਸਿੱਧੂ ਦਾ ਐਕਸੀਡੈਂਟ ਯਾਦ ਰੱਖੋਗੇ, ਪਰ ਚਮਕੌਰ ਦੀ ਗੜੀ ਤੁਸੀਂ ਭੁੱਲ ਗਏ। ਤੁਸੀਂ ਦੀਪ ਸਿੱਧੂ ਦਾ ਐਕਸੀਡੈਂਟ ਯਾਦ ਰੱਖੋਗੇ, ਸਾਨੂੰ ਵੀ ਯਾਦ ਆ, ਅਸੀਂ ਗਏ ਸੀ, ਪਰ ਅਸੀਂ ਸਰਹੰਦ ਦੀਆਂ ਨੀਹਾਂ ਭੁੱਲ ਗਏ, ਠੰਡਾ ਬੁਰਜ ਭੁੱਲ ਗਏ। ਜੇ ਉਹ ਯਾਦ ਰੱਖਦੇ ਤੇ ਆਹ ਦਿਨ ਨਾ ਦੇਖਣੇ ਪੈਂਦੇ ਸਾਨੂੰ। ਉਹ ਕਾਹਤੋਂ ਨਹੀਂ ਯਾਦ ਰੱਖਦੇ? ਯਾਦ ਰੱਖਣ ਤੇ ਯੂਏਪੀ ਲੱਗਦੀ ਆ। 10 ਕਤਲ ਕੀਤੇ ਤੋਂ ਬੰਦਾ ਜੇਲ੍ਹ ਜਾਂਦਾ, ਉਮਰ ਕੈਦ ਹੁੰਦੀ ਆ। ਇੱਕ ਸਿੱਖ ਨੂੰ ਕੋਈ ਜਗਾ ਦੇਵੇ, ਉਹਦਾ ਕਾਰ ਐਕਸੀਡੈਂਟ ਹੋ ਜਾਂਦਾ। 10 ਨੂੰ ਮਾਰਨ ਤੇ ਉਮਰ ਕੈਦ ਆ। ਇੱਕ ਨੂੰ ਜਗਾਤਾ ਨਾ ਤੁਸੀਂ, ਉਹਨੂੰ ਦੱਸਤਾ ਵੀ ਤੂੰ ਕੀ ਆ ਤੇ ਤੂੰ ਕੀ ਕਰ ਸਕਦਾ, ਉਹ ਟਰੱਕ ਥੱਲੋਂ ਥਿਆਊਗਾ। 10 ਨੂੰ ਮਾਰਨ ਤੇ ਬੰਦਾ ਜਿਉਂਦਾ ਰਹਿੰਦਾ, ਇੱਕ ਨੂੰ ਜਗਾਉਣ ਤੇ ਬੰਦੇ ਨੂੰ ਮਰਨਾ ਪੈਂਦਾ। ਤੁਸੀਂ ਇਹ ਚੀਜ਼ਾਂ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਨਹੀਂ ਨਾ ਲੱਗਦੇ, ਉਹਨਾਂ ਚਿਰ ਤੁਹਾਡੇ ਦਿਮਾਗ ਨੇ ਇਹ ਗੱਲਾਂ ਅੰਦਰੋਂ ਨਹੀਂ ਕੱਢ ਕੇ ਤੁਹਾਨੂੰ ਦੱਸਣੀਆਂ ਵੀ ਤੂੰ ਬੰਦਿਆ ਕਰ ਕੀ ਰਿਹਾ। ਉੱਥੇ ਸਮਾਗਮ ਹੋ ਗਿਆ, ਯਾਰ ਇਹਨਾਂ ਨੇ ਵੀ ਕੀਤਾ, ਆਪਾਂ ਨੂੰ ਲੋਕ ਕੀ ਕਹਿਣਗੇ, ਆਪਾਂ ਵੀ ਕਰਾਈਏ। ਤੇ ਸਾਡੇ ਮਨ 'ਚ ਕਦੋਂ ਆਊਗਾ ਯਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਹ ਜੇਲ੍ਹ 'ਚ ਬੈਠੇ ਆ, ਤੇ ਆਪਾਂ ਜੇਲ੍ਹ 'ਚ ਕਦੋਂ ਜਾਵਾਂਗੇ? ਆਪਾਂ ਤਾਂ ਉਦੋਂ ਹੀ ਜਾਵਾਂਗੇ ਨਾ ਜਦੋਂ ਆਪਦੇ ਧਰਮ ਦੀ ਹੋਂਦ ਲਈ ਲੜਾਂਗੇ। ਤੁਸੀਂ ਫੋਟੋਆਂ ਤਾਂ ਸਾਰਿਆਂ ਨੇ ਪਾ ਦਿੱਤੀਆਂ, ਬਾਈ ਦੀਪ ਸਿੱਧੂ ਦੇ ਭੋਗ ਤੇ 5 ਲੱਖ ਦਾ ਇਕੱਠ ਹੋਇਆ ਤੇ ਨਾਲ ਫੋਟੋ ਜੋੜਤੀ ਭਾਈ ਜੁਗਰਾਜ ਸਿੰਘ ਤੂਫਾਨ ਦੀ ਵੀ ਉਹਦੇ ਭੋਗ ਤੋਂ ਬਾਅਦ ਬਈ ਹੁਣ ਇਕੱਠ ਹੋਇਆ। ਤੇ ਮੈਨੂੰ ਹੱਥ ਖੜਾ ਕਰਕੇ ਦੱਸੋ ਕਿ ਬੈਠੇ ਤਾਂ ਸਾਰੇ ਸਿੱਖ ਹੀ ਆ, ਭਾਈ ਜੁਗਰਾਜ ਸਿੰਘ ਤੂਫਾਨ ਸੀ ਕੌਣ? ਤੇ ਜਦੋਂ ਉਹਦੀ ਗੱਲ ਕਰੋਗੇ ਜੂਏ ਵੀ ਲੱਗੂਗੀ। ਫੇਰ ਸ਼ਹੀਦਾਂ ਦੀ ਗੱਲ ਨਾ ਕਰਿਆ ਕਰੋ, ਲੱਤਾਂ ਭਾਰ ਨਹੀਂ ਝੱਲਦੀਆਂ। ਲੰਗਰ ਲਾ ਦੋਗੇ ਤੁਸੀਂ, ਗਰਾਈ ਕਰ ਲਾਂਗੇ ਅਸੀਂ, ਲੰਗਰ ਲਾ ਦਾਂਗੇ, ਕਹਿਣਾ ਕਿਸੇ ਨੇ ਕੱਖ ਨਹੀਂ, ਪਰ ਲੰਗਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਾਨੂੰ ਹਿੱਕਾਂ 'ਚ ਗੋਲੀਆਂ ਖਾਣੀਆਂ ਪੈਣੀਆਂ, ਪਰ ਉਹ ਕਿਸੇ ਨੇ ਖਾਣੀਆਂ ਨਹੀਂ। ਹੁਣ ਕਹਿੰਦਾ ਅਸੀਂ ਤਾਂ ਲੰਗਰ ਲਾਉਣ ਵਾਲੇ ਆ ਜੀ,
ਤੇ ਲੰਗਰਾਂ ਦੀ ਪਰੰਪਰਾ ਨੂੰ ਬਚਾਊ ਕੌਣ? ਤੁਸੀਂ ਇਹਨਾਂ ਗੱਲਾਂ ਵੱਲ ਕਦੋਂ ਧਿਆਨ ਰੱਖੋਗੇ? ਸਾਨੂੰ ਤਾਂ ਇੱਥੋਂ ਤੱਕ ਹਿਰਦਾ ਮਜ਼ਬੂਤ ਕਰਨਾ ਚਾਹੀਦਾ। ਜੇ ਬਾਈ ਜੀ ਦੀ ਡੈਥ ਹੋ ਗਈ, ਚਾਹੇ ਕੁਦਰਤੀ ਚਾਹੇ ਸਿਆਸੀ ਸੀ, ਤੇ ਆਪਦੀ ਅਰਦਾਸ ਬੇਨਤੀ ਕਰੋ, ਮਹਾਰਾਜ ਨੂੰ ਬੇਨਤੀ ਕਰੋ ਵੀ ਮਹਾਰਾਜ ਜਿੱਥੇ ਵੀ ਆ ਚੜ੍ਹਦੀ ਕਲਾ 'ਚ ਹੋਵੇ, ਅੱਗੇ ਤੁਰ ਪਓ। ਤੇ ਜੇ ਤੁਹਾਡੇ ਵਰਗੇ ਜੇ ਸਾਡੇ ਵਰਗੇ ਨਾ ਪਹਿਲੀਆਂ 'ਚ ਹੁੰਦੇ ਗੁਰੂ ਮਹਾਰਾਜ ਨਾਲ, ਤੇ ਅਸੀਂ ਤਾਂ ਉੱਥੇ ਹੀ ਬਹਿ ਜਾਣਾ ਸੀਗਾ, ਖੰਡ ਪਾਠ ਰਖਾ ਕੇ, ਰੁਕ ਜੋ ਮਹਾਰਾਜ ਸਿੰਘ ਸ਼ਹੀਦ ਹੋ ਗਏ, ਹਜੇ ਮਾੜਾ ਜਿਹਾ ਮਾਰਚ ਤਾਂ ਕੱਢ ਲਈਏ। ਅਸੀਂ ਲਹਿਰਾਂ ਕਿਵੇਂ ਚੱਲੀਆਂ ਸੀ? ਜੇ ਖਾੜਕੂ ਸਿੰਘ ਦੇ ਦੋਵੇਂ ਲੱਤਾਂ 'ਚ ਗੋਲੀਆਂ ਵੱਜੀਆਂ, ਤੀਜੀ ਨਾਲ ਦੇ ਨੂੰ ਮਾਰਨੀ ਪੈਣੀ ਆ ਵੀ ਕਿਤੇ ਜਿਉਂਦਾ ਸਾਡਾ ਸਿੰਘ ਹੱਥ ਨਾ ਲਾਈਏ ਤੇ ਅਸੀਂ ਗਾਂਹ ਜਾ ਕੇ ਮੰਜ਼ਲ ਸਰ ਕਰੀਏ। ਤੇ ਅਸੀਂ ਕੱਲ ਨੂੰ ਮਹੀਨਾ ਹੋ ਜਾਣਾ ਉੱਥੇ ਹੀ ਖੜੇ ਆ। ਕਿਸੇ ਨੂੰ ਨਾ ਤਾਂ ਕੁਝ ਦੱਸ ਰਹੇ ਆ, ਨਾ ਕਿਸੇ ਨੂੰ ਕੁਛ ਪਤਾ। ਪੱਲੇ ਫੇਰ ਪਰਾਲਾ ਉੱਥੇ ਦਾ ਉੱਥੇ। ਬਾਈ ਦੀਪ ਸਿੱਧੂ ਨੂੰ ਗਏ ਨੂੰ 15 ਮਹੀਨਾ ਹੋ ਗਿਆ, ਤੇ ਮੈਂ 100% ਮਹਾਰਾਜ ਦੀ ਹਜ਼ੂਰੀ 'ਚ ਕਹਿਣਾ, 100 ਦੇ ਵਿੱਚੋਂ 5-7 ਨੂੰ ਇਹਦਾ ਦੁੱਖ ਹੋਊਗਾ, ਬਾਕੀਆਂ ਨੂੰ ਭੁੱਲ ਗਿਆ ਬਾਈ ਦੀਪ ਸਿੱਧੂ। ਇਹ ਕਹਿਣ ਦੀਆਂ ਗੱਲਾਂ ਹੀ ਅਸੀਂ ਆਏ ਆ, ਤੇ ਇਹ ਕਿੱਥੋਂ ਸਾਡੇ ਦੇ ਵਿੱਚ, ਇਹ ਮਨ ਦੇ ਵਿੱਚ ਗੱਲਾਂ ਕਿਵੇਂ ਆ ਗਈਆਂ? ਬਹੁਤ ਔਖਾ, ਆਪਣਾ ਖਤਮ ਹੋ ਗਏ। ਜਿੰਨਾ ਚਿਰ ਕੱਲਾ ਕੱਲਾ ਸਿੱਖ ਆਪਦੇ ਇਤਿਹਾਸ ਨੂੰ ਪੜ੍ਹ ਕੇ ਗੁਰੂ ਦੇ ਲੜ ਨਹੀਂ ਨਾ ਲੱਗਦਾ, ਨਿਤਨੇਮੀ ਨਹੀਂ ਹੁੰਦਾ, ਬਾਣੇ ਬਾਣੀ ਨਾਲ ਨਹੀਂ ਜੁੜਦਾ, ਤੇ ਫਿਰ ਆਹ ਅੱਗੇ ਵੀ ਤਾਂ ਸਾਧਾ ਸੰਤਾਂ ਦੀਆਂ ਬਣਾਉਂਦੇ ਹੀ ਫਿਰਦੇ ਬਰਛੀਆਂ। ਉਹਨਾਂ ਨੇ ਕੀ ਦਿੱਤਾ? ਸਿਉਂਖਾਂ ਲੱਗੀਆਂ ਸਾਨੂੰ, ਖਤਮ ਹੋ ਗਏ। ਇੱਕ ਗੱਲ ਯਾਦ ਰੱਖੋ, ਜਿੰਨਾ ਚਿਰ ਜਥੇਬੰਦੀਆਂ ਦੇ ਤੇ ਸੰਤ ਸਮਾਜ ਦੇ ਮੁਖੀ ਜਿਉਂਦੇ, ਉਹਨਾਂ ਚਿਰ ਸਿੱਖ ਖਤਮ ਰਹਿਣਗੇ। ਜਿੱਦੇ ਉਹ ਖਤਮ ਹੋ ਗਏ, ਉਦੇ ਸਿੱਖ ਜਾਗਣਗੇ, ਕਿਉਂਕਿ ਉਹ ਤੇ ਚੱਪਣ ਰੱਖੀ ਬੈਠੇ ਇੱਕ ਇਹੋ ਜਿਹਾ ਵੀ ਜਿਹੜਾ ਨੌਜਵਾਨਾਂ ਨੂੰ ਉੱਠਣ ਹੀ ਨਹੀਂ ਦਿੰਦਾ। ਤੇ ਜਦੋਂ ਅਸੀਂ ਉਹਨਾਂ ਦੀ ਗੱਲ ਕਰਾਂਗੇ ਤੇ ਫਿਰ ਸਾਡੇ ਪਿੱਛੇ ਪੈ ਜਾਂਦੇ। ਆਪਾਂ ਨੂੰ ਤਾਂ ਪਰਵਾਹ ਹੀ ਕੋਈ ਨਹੀਂ, ਆਪਾਂ ਤਾਂ ਹਰੇਕ ਨੂੰ ਪਤਾ ਵੀ ਕਿਵੇਂ ਮਿਲਣਾ ਸਾਨੂੰ ਚੰਗੀ ਤਰ੍ਹਾਂ ਹੀ। ਤਾਂ ਸਾਡੇ ਕੋਲ ਤਾਂ ਹਰੇਕ ਰੋਗ ਦੀ ਦਵਾਈ ਆ। ਦੁੱਖ ਤਾਂ ਤੁਹਾਡਾ ਆਉਂਦਾ ਵੀ ਤੁਸੀਂ ਚੱਲੇ ਪਤਾ ਨਹੀਂ ਕਿਹੜੇ ਰਾਹ ਤੁਰੇ ਫਿਰਦੇ ਆ। ਇਤਿਹਾਸ ਨੂੰ ਪੜ੍ਹੋ, ਬੱਚਿਆਂ ਨੂੰ ਸਮਝਾਓ, ਹੀਰਿਆਂ ਦੀ ਖਾਣ ਬਾਰੇ ਪਤਾ ਕਰੋ ਵੀ ਸਾਨੂੰ ਵੀ ਉਹਦੇ 'ਚ ਕੋਈ ਹੀਰਾ ਲੱਭ ਜੇ। ਕੀ ਪਤਾ ਉਹ ਤੁਹਾਡੇ 'ਚ ਹੀ ਹੋਵੇ, ਤੁਸੀਂ ਪੜ੍ਹ ਕੇ ਅੱਗੇ ਲੱਗ ਜਾਓ ਤੇ ਅਸੀਂ ਸਾਰੇ ਪਿੱਛੇ ਲੱਗ ਜਾਈਏ। ਕਿ ਸਾਰੀ ਉਮਰ ਬੈਟਰੀ ਚੱਕ ਕੇ ਤੁਰੇ ਫਿਰਨਾ ਵੀ ਕੋਈ ਥਿਆਵੇ ਮੂਹਰੇ ਲੱਗਣ ਵਾਲਾ, ਆਏ ਨਹੀਂ ਆਉਣਾ। ਕਈ ਪੀੜ੍ਹੀਆਂ ਖਤਮ ਹੋ ਗਈਆਂ, ਸਮਾਂ ਬਹੁਤ ਥੋੜਾ। ਅਸੀਂ ਜਾਣਾ, ਹਾਜ਼ਰੀ ਪ੍ਰਵਾਨ ਕਰਿਓ। ਆਉਣਾ ਤਾਂ ਨਹੀਂ ਸੀ, ਤੇ ਪਰ ਬਾਈ ਜੀ ਹੁਣਾਂ ਨੇ ਜ਼ਰੂਰੀ ਕਿਹਾ, ਸੰਗਤ ਨੇ ਕਿਹਾ, ਫੋਨ ਮੈਸੇਜ ਕਈ ਸੁਨੇਹੇ ਆਏ, ਤੇ ਤਾਂ ਆਏ ਆ। ਤੇ ਨਹੀਂ ਤੁਹਾਡੇ ਕਰਕੇ ਹੀ ਭੱਜੇ ਫਿਰਦੇ ਆ। ਮਹੀਨਾ 22 ਨੂੰ ਹੋ ਗਿਆ ਤੇ 45 ਦਿਨ ਮੈਨੂੰ ਹੋ ਗਏ ਘਰ ਛੱਡੇ ਨੂੰ। ਘਰ ਛੱਡੇ ਨੂੰ ਤਾਂ ਬਹੁਤ ਟਾਈਮ ਹੋ ਗਿਆ, ਤੇ 45 ਦਿਨ ਮੈਨੂੰ ਹੋ ਗਏ ਲੋਕ ਛਿਪ ਕੇ ਰਹਿੰਦੇ ਨੂੰ। ਤੇ ਫਿਰ ਤੁਹਾਡੇ ਵਰਗਿਆਂ ਨੇ ਆ ਕੇ ਉੱਥੇ ਕਰਨੇ ਹੁੰਦੇ ਆ ਵੀ ਯਾਰ ਚੱਲ ਗਏ ਉੱਥੇ ਇਕੱਠ ਕਰੀਏ ਜਾ ਕੇ, ਯਾਰ ਵੀ ਬੰਦਾ ਚੰਗਾ ਸੀ। ਤੇ ਤੁਸੀਂ ਇੰਨੇ ਜਾਣੇ ਬੈਠੇ ਆ, ਤੇ ਸਾਡੀ ਜ਼ਮਾਨਤ ਦੀ ਫੈਲ ਅੱਜ ਲੱਗਣੀ ਆ। 45 ਦਿਨ ਹੋ ਗਏ, ਤੇ ਕੀ ਕਹਿੰਦੇ ਆ ਤੁਸੀਂ ਵੀ ਅਸੀਂ ਕੀ ਕਰੀਏ? ਜੇ ਸੈਂਟਰ ਸਟੇਟ ਇਹ ਗੱਲ ਕਹਿੰਦਾ ਵੀ ਇਹ ਖਤਮ ਹੋ ਗਏ ਪੱਗਾਂ ਵਾਲੇ, ਤੇ ਉੱਥੇ ਜਾ ਕੇ ਉਹਨਾਂ ਨੂੰ ਦੱਸਣਾ ਵੀ ਅਸੀਂ ਜਿਉਂਦੇ ਆ। ਤੇ ਤੁਹਾਡੀ ਹੋਂਦ ਦੱਸ ਕੇ ਆਂਦੀ ਸੀ 45 ਦਿਨ ਹੋ ਗਏ ਵੀ ਸਿੱਖ ਜਿਉਂਦੇ ਆ ਭਾਈ, ਵਹਿਮ ਨਾ ਰੱਖਿਓ। ਤੇ ਉਹਦੇ ਵਾਹ ਵਾਹ ਤਾਂ ਸਾਰਿਆਂ ਨੇ ਕੀਤੀ, ਬੜਾ ਨਜ਼ਾਰਾ ਆ ਗਿਆ,
ਸਿਰਾ ਕਰਿਆ ਆ, ਉਹ ਹੋ ਗਿਆ, ਉਹ ਹੋ ਗਿਆ। ਤੇ ਉਸ ਤੋਂ ਬਾਅਦ ਮੈਂ ਕਿੱਥੇ ਗਿਆ ਪਤਾ ਤੁਹਾਨੂੰ? ਤੇ ਜੇ ਕੋਈ ਗੱਲਬਾਤ ਹੋ ਗਈ, ਯਾਰ ਬਹੁਤ ਵਧੀਆ ਬੰਦਾ ਸੀ, ਹਰੇਕ ਨਾਲ ਖੜਦਾ ਸੀ, ਦਿੱਲੀ ਵੀ ਗਿਆ ਸਾਡੇ ਸਿੱਖਾਂ ਦੀ ਕੁੜੀ ਪਿੱਛੇ, ਦਿੱਲੀ ਗਿਆ ਸੀ, ਉਹ ਚੰਗਾ ਸੀਗਾ। ਤੇ ਫਿਰ ਬਾਅਦ ਚ ਸਾਂਭਿਆ ਨਾ ਤੁਸੀਂ। ਇਸ ਕਰਕੇ ਨਹੀਂ ਬਾਈ ਦੀਪ ਸਿੱਧੂ ਖੁਸ਼ ਹੋਣਾ, ਕਿਉਂਕਿ ਸਾਨੂੰ ਇਹ ਚੀਜ਼ ਦੀ ਖੁਸ਼ੀ ਹੈ ਹੀ ਨਹੀਂ। ਬਾਅਦ ਚ ਸਾਡਾ ਭਾਵੇਂ ਸਾਰਾ ਮਹਿਰੋ ਪਿੰਡ ਮੋਗਾ ਜ਼ਿਲ੍ਹਾ ਜਾਮ ਕਰਦੇ ਤੁਸੀਂ ਇਕੱਠ ਕਰਕੇ, ਮੈਂ ਖੁਸ਼ ਹੋ ਜੂ ਤੁਹਾਡੇ ਤੇ ਕਿਤੇ ਹੋ ਹੀ ਨਹੀਂ ਸਕਦਾ। ਜਦੋਂ ਜਿਉਂਦਾ ਜੀ ਬੰਦਾ ਆਪਣੇ ਤੇ ਖੁਸ਼ ਨਹੀਂ ਸੀ ਬਾਈ ਜੀ, ਜਾ ਕੇ ਹੁਣ ਖੁਸ਼ ਕਿਵੇਂ ਹੋ ਜੂ ਬਾਈ? ਕਿਉਂਕਿ ਸਾਡੀ ਸੋਚ ਤੇ ਹੀ ਨਹੀਂ। ਤੁਸੀਂ ਯਾਰ ਮੇਰਾ ਛੱਡੋ, ਮੈਨੂੰ ਮਹਾਰਾਜ ਨੇ ਇੰਨੀ ਕੁ ਪਾਵਰ ਬਖਸ਼ੀ ਆ, ਮੈਂ ਆਪਦੇ ਆਪੇ ਨਿਬੇੜ ਲੂੰਗਾ। ਮੈਂ ਕੰਮ ਉਹੀ ਕਰਦਾ, ਮੈਂ ਗਰਾਊਂਡ 'ਚ ਉਸੇ 'ਚ ਹੀ ਉਤਰਦਾ ਜਿਹਦਾ ਮੈਨੂੰ ਰਾਹ ਪਤਾ ਵੀ ਇੱਥੋਂ ਨਿਕਲਣਾ ਕਿਵੇਂ ਆ। ਕਿਉਂਕਿ ਮੈਨੂੰ ਯਕੀਨ ਨਹੀਂ ਹੈਗਾ ਤੁਹਾਡੇ ਤੇ, ਕਿਸੇ ਤੇ ਯਕੀਨ ਨਹੀਂ। ਤੇ ਮੈਂ ਕਾਮਯਾਬ ਵੀ ਹਰੇਕ ਕਾਰਜ 'ਚ ਤਾਂ ਹੀ ਹੋ ਜਾਂਦਾ, ਮੈਂ ਕਿਸੇ ਤੇ ਆਸ ਨਹੀਂ ਰੱਖਦਾ। ਐਤਕੀ ਇੱਕ ਲੀਡਰ ਤੇ ਰੱਖੀ ਸੀ, ਪਰ ਕੋਈ ਨਾ, ਫੇਰ ਵੀ ਅਸੀਂ ਆਪਦੇ ਆਪ ਨੂੰ ਸਾਂਭ ਲਿਆ। ਸਾਂਭਣਾ ਤਾਂ ਸਾਨੂੰ ਮਹਾਰਾਜ ਨੇ, ਪਰ ਮਹਾਰਾਜ ਨੇ ਸਾਨੂੰ ਗੁਣ ਵੀ ਦਿੱਤਾ ਵੀ ਆਪਦਾ ਆਪ ਵੇਖ ਕੇ ਚੱਲਿਓ, ਕਿਸੇ ਤੇ ਆਸ ਨਾ ਰੱਖਿਓ। ਪਰਛਾਵੇਂ ਢਲ ਜਾਂਦੇ ਆ, ਸੂਰਜ ਢਲ ਗਿਆ, ਪਰਛਾਵਾਂ ਖਤਮ ਹੋ ਗਿਆ, ਬੰਦੇ ਦਾ ਕੀ ਯਕੀਨ ਕਰਨਾ? ਐਵੇਂ ਚੰਗਾ ਨਹੀਂ ਲੱਗਦਾ ਹੁੰਦਾ ਏ ਬਾਈ। ਪਰਵਾਨਾ ਜੀ ਨੂੰ ਕਹਿੰਦੇ ਵੀ ਬਾਣੀ ਪੜ੍ਹ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।